Okay, Rajay, our next topic and last topic of the chapter 4th is ਹਾਈਡਰੋਜਨ ਬੌਂਡਿੰਗ। ਹਾਈਡਰੋਜਨ ਬੌਂਡਿੰਗ ਦੇ ਵਿੱਚ ਆਪਾਂ ਕੀ ਪੜ੍ਹਨਾ ਹੈਗਾ, ਹਾਈਡਰੋਜਨ ਬੌਂਡਿੰਗ ਦੀ ਡੈਫੀਨੇਸ਼ਨ, ਇਹਦੀਆਂ ਟਾਈਪਸ ਤੇ ਇਹਦੇ ਕੌਨਸੀਕੁਐਂਸਿਸ। ਠੀਕ ਹੈ, ਡਿਫਾਈਨ ਟਾਈਪ ਤਾਂ ਤੁਹਾਨੂੰ ਪਤਾ ਹੀ ਹੈ। ਕੌਨਸੀਕੁਐਂਸਿਸ ਮੀਨਸ ਕਿ ਜਿਹੜੇ ਐਟਮਸ ਦੇ ਜਿਹੜੇ ਮੋਲੀਕਿਊਲਸ ਦੇ ਵਿੱਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ ਉਹ ਦੂਸਰਿਆਂ ਨਾਲੋਂ ਕਿਵੇਂ ਅਲੱਗ ਹੈਗੇ ਆ, ਇਹ ਕੀ ਇਫੈਕਟ ਪਾਉਂਦੀ ਆ ਉਹਨਾਂ ਦੀ ਫਿਜ਼ੀਕਲ ਸਟੇਟ 'ਤੇ, ਉਹਨਾਂ ਦੀ ਪ੍ਰੋਪਰਟੀਜ਼ 'ਤੇ ਕੀ ਇਫੈਕਟ ਪਾਉਂਦੀ ਆ ਹਾਈਡਰੋਜਨ ਬੌਂਡਿੰਗ। ਠੀਕ ਹੈ, ਤਾਂ ਹਾਈਡਰੋਜਨ ਬੌਂਡਿੰਗ ਦੀ ਡੈਫੀਨੇਸ਼ਨ ਹੈ ਕਿ ਇਟ ਇਜ਼ ਦਾ ਅਟਰੈਕਟਿਵ ਫੋਰਸ। ਇਹ ਇੱਕ ਟਾਈਪ ਦੀ ਕੀ ਹੈ, ਅਟਰੈਕਟਿਵ ਫੋਰਸ ਹੈ ਬਿਟਵੀਨ ਹਾਈਡਰੋਜਨ, ਕਿਉਂਕਿ ਹਾਈਡਰੋਜਨ ਬੌਂਡਿੰਗ ਹੈ ਤਾਂ ਹਾਈਡਰੋਜਨ ਆਊਗਾ ਹੀ ਨਾਲ, ਬਿਟਵੀਨ ਹਾਈਡਰੋਜਨ ਐਂਡ ਇਲੈਕਟ੍ਰੋਨੈਗੇਟਿਵ ਐਲੀਮੈਂਟ। ਇਲੈਕਟ੍ਰੋਨੈਗੇਟਿਵ ਐਲੀਮੈਂਟ ਕਿਹੜੇ ਕਿਹੜੇ ਹੋ ਸਕਦੇ, ਫਲੋਰੀਨ ਹੋ ਸਕਦਾ, ਨਾਈਟ੍ਰੋਜਨ, ਆਕਸੀਜਨ, ਸਲਫਰ, ਕਲੋਰੀਨ, ਇੱਦਾਂ ਦੇ। ਬਟ ਇਟ ਇਜ਼ ਦਾ ਅਟਰੈਕਟਿਵ ਫੋਰਸ ਬਿਟਵੀਨ ਹਾਈਡਰੋਜਨ ਐਂਡ ਇਲੈਕਟ੍ਰੋਨੈਗੇਟਿਵ ਐਲੀਮੈਂਟ ਆਫ ਦਾ ਸੇਮ ਔਰ ਡਿਫਰੈਂਟ ਮੋਲੀਕਿਊਲ। ਠੀਕ ਹੈ, ਕਿ ਜਿਹੜਾ ਇਹ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ ਉਹ ਉਸੇ ਮੋਲੀਕਿਊਲ ਦਾ ਵੀ ਹੋ ਸਕਦਾ ਜਿਹਦੀ ਹਾਈਡਰੋਜਨ ਹੈ, ਅਤੇ ਉਸ ਤੋਂ ਡਿਫਰੈਂਟ ਮੋਲੀਕਿਊਲ ਦਾ ਵੀ ਹੋ ਸਕਦਾ। ਠੀਕ ਹੈ, ਸੇਮ ਮੋਲੀਕਿਊਲ ਦਾ ਵੀ ਹੋ ਸਕਦਾ ਅਤੇ ਡਿਫਰੈਂਟ ਮੋਲੀਕਿਊਲ ਦਾ ਵੀ ਹੋ ਸਕਦਾ, ਕਿਸੇ ਵੀ ਮੋਲੀਕਿਊਲ ਦਾ ਹੋ ਸਕਦਾ ਆਪਣੇ ਕੋਲੇ ਕਿ ਹਾਈਡਰੋਜਨ ਅਤੇ ਜਿਹੜਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੈ ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਅਟਰੈਕਟਿਵ ਫੋਰਸ ਆ ਉਹਨੂੰ ਆਪਾਂ ਕੀ ਕਹਾਂਗੇ, ਹਾਈਡਰੋਜਨ ਬੌਂਡਿੰਗ। ਠੀਕ ਹੈ, ਜਨਰਲੀ ਇਹਨੂੰ ਆਪਾਂ ਡਾਟਡ ਲਾਈਨ ਨਾਲ ਰਿਪਰਜੈਂਟ ਕਰਦੇ ਹਾਂ। ਠੀਕ ਹੈ, ਇਹ ਕਿਵੇਂ ਆ, ਫੋਰ ਐਗਜ਼ਾਮਪਲ HF ਦੀ ਐਗਜ਼ਾਮਪਲ ਆਪਣੇ ਕੋਲੇ ਕਿ HF ਦੇ ਕਾਫੀ ਸਾਰੇ ਮੋਲੀਕਿਊਲ ਹੈ। ਜਦੋਂ ਆਪਾਂ HF ਦੇ ਕਾਫੀ ਸਾਰੇ ਮੋਲੀਕਿਊਲ ਹੈ, ਜਿਵੇਂ ਆ F ਹੋ ਗਿਆ, ਇਹ ਹਾਈਡਰੋਜਨ ਹੈ, ਇਹਨਾਂ ਦੋਨਾਂ ਦੇ ਵਿਚਕਾਰ ਅਟਰੈਕਟਿਵ ਫੋਰਸ ਹੋਊਗੀ। ਕਿਉਂ ਹੋਊਗੀ, ਕਿਉਂਕਿ ਫਲੋਰੀਨ ਇਲੈਕਟ੍ਰੋਨੈਗੇਟਿਵ ਹੈ ਇਹਦੇ 'ਤੇ ਨੈਗੇਟਿਵ ਚਾਰਜ, ਪੋਲਰ ਬੌਂਡ ਪੜ੍ਹੇ ਸੀ ਆਪਾਂ, ਡਾਈਪੋਲ ਮੂਵਮੈਂਟ, ਕਿ ਇਹ ਪੋਲਰ ਕੋਵਾਲੈਂਟ ਬੌਂਡ ਹੈ। ਪੋਲਰ ਕੋਵਾਲੈਂਟ ਬੌਂਡ ਦੇ ਵਿੱਚ ਆਪਣੇ ਕੋਲੇ ਇਹਦੇ 'ਤੇ ਨੈਗੇਟਿਵ ਚਾਰਜ ਆ, ਇਹਦੇ 'ਤੇ ਪੋਜ਼ੀਟਿਵ ਚਾਰਜ ਆ। ਇਹ ਆਪੋਜ਼ਿਟ ਚਾਰਜ ਇੱਕ ਦੂਸਰੇ ਨੂੰ ਕੀ ਕਰਦੇ ਆ, ਅਟਰੈਕਟ ਕਰਦੇ ਆ। ਆਪੋਜ਼ਿਟ ਚਾਰਜਸ ਇੱਕ ਦੂਸਰੇ ਨੂੰ ਕੀ ਕਰਦੇ ਆ, ਅਟਰੈਕਟ ਕਰਦੇ ਆ। ਇਸੇ ਅਟਰੈਕਸ਼ਨ ਨੂੰ ਆਪਾਂ ਕੀ ਕਹਿੰਦੇ ਆ, ਹਾਈਡਰੋਜਨ ਬੌਂਡਿੰਗ ਕਹਿੰਦੇ ਆ। ਇਸੇ ਅਟਰੈਕਸ਼ਨ ਨੂੰ ਕੀ ਕਹਿੰਦੇ ਆ ਆਪਾਂ, ਹਾਈਡਰੋਜਨ ਬੌਂਡਿੰਗ। ਠੀਕ ਹੈ, ਹਾਈਡਰੋਜਨ ਬੌਂਡਿੰਗ ਕਹਿੰਦੇ ਆ ਇਸ ਚੀਜ਼ ਨੂੰ ਆਪਾਂ, ਹਾਈਡਰੋਜਨ ਬੌਂਡਿੰਗ। ਔਰ ਇਹਦੇ ਵਿੱਚ ਕੋਈ ਇਲੈਕਟ੍ਰੋਨਸ ਇਨਵੋਲਵ ਨਹੀਂ ਹੁੰਦੇ, ਤਾਂ ਕਰਕੇ ਜਸਟ ਇੱਕ ਟਾਈਪ ਦੀ ਅਟਰੈਕਟਿਵ ਫੋਰਸ ਹੀ, ਇਹਦੇ ਵਿੱਚ ਕੋਈ ਇਲੈਕਟ੍ਰੋਨਸ ਨਹੀਂ ਜਿਹੜੇ ਹੈਗੇ ਇਨਵੋਲਵ ਹੋਣਗੇ। ਇਹਦੇ ਵਿੱਚ ਕੀ ਸਿਰਫ ਅਪੋਜ਼ਿਟ ਚਾਰਜਸ ਦੇ ਵਿੱਚ ਜਿਹੜੀ ਹੈਗੀ ਹੈ ਸਿੰਪਲ ਅਟਰੈਕਸ਼ਨ ਹੈ, ਇੱਧਰੋਂ ਇਹਨਾਂ ਵਿਚਕਾਰ ਹੋ ਜੂਗੀ, ਫਿਰ ਫਰਦਰ ਮੋਲੀਕਿਊਲ ਪਿਆ ਤਾਂ ਉਹਦੇ ਵਿਚਕਾਰ ਹੋ ਜੂਗੀ। ਠੀਕ ਹੈ, ਅਤੇ ਇਹ ਇੱਕ ਕਲਸਟਰ ਆਫ ਮੋਲੀਕਿਊਲਸ ਦੇ ਵਿੱਚ ਹੁੰਦੀ ਆ, ਅਤੇ ਇਹਨੂੰ ਆਪਾਂ ਕੀ ਕਹਿੰਦੇ ਆ, ਹਾਈਡਰੋਜਨ ਬੌਂਡਿੰਗ। ਤਾਂ ਇਟ ਇਜ਼ ਦਾ ਅਟਰੈਕਟਿਵ ਫੋਰਸ ਬਿਟਵੀਨ ਹਾਈਡਰੋਜਨ ਐਂਡ ਇਲੈਕਟ੍ਰੋਨੈਗੇਟਿਵ ਐਲੀਮੈਂਟ। ਇਲੈਕਟ੍ਰੋਨੈਗੇਟਿਵ ਐਲੀਮੈਂਟ ਉਸੇ ਮੋਲੀਕਿਊਲ ਦਾ ਵੀ ਹੋ ਸਕਦਾ ਅਤੇ ਡਿਫਰੈਂਟ ਦਾ ਵੀ ਹੋ ਸਕਦਾ, ਅਤੇ ਇਹ ਬੌਂਡ ਵੀਕ ਹੈ। ਦਿਸ ਇਜ਼ ਵੀਕਰ ਬੌਂਡ ਦੈਨ ਕੋਵਾਲੈਂਟ। ਇਹ ਕੋਵਾਲੈਂਟ ਤੋਂ ਵੀ ਵੀਕ ਬੌਂਡ ਹੈ। ਠੀਕ ਹੈ, ਕਿਉਂਕਿ ਇਹਦੇ ਵਿੱਚ ਕੋਈ ਇੱਕ ਤਾਂ ਇਹਦੇ ਵਿੱਚ ਕੋਈ ਇਲੈਕਟ੍ਰੋਨ ਨਹੀਂ ਇਨਵੋਲਵ ਹੁੰਦੇ, ਇੱਕ ਇਹ ਵੀਕ ਬੌਂਡ ਹੈ ਕਿਹਦੇ ਤੋਂ, ਕੋਵਾਲੈਂਟ ਤੋਂ। ਕੋਵਾਲੈਂਟ ਨਾਲੋਂ ਵੀ ਇਹ ਕੀ ਹੈ, ਵੀਕਰ ਬੌਂਡ ਹੈ। ਠੀਕ ਹੈ, ਤਾਂ ਇਹ ਹੋ ਗਿਆ ਆਪਣੇ ਕੋਲੇ ਹਾਈਡਰੋਜਨ ਬੌਂਡਿੰਗ ਦੀ ਡੈਫੀਨੇਸ਼ਨ ਕਿ ਇਟ ਇਜ਼ ਦਾ ਅਟਰੈਕਟਿਵ ਫੋਰਸ ਬਿਟਵੀਨ ਇਲੈਕਟ੍ਰੋਨੈਗੇਟਿਵ ਐਲੀਮੈਂਟ ਆਫ ਸੇਮ ਔਰ ਡਿਫਰੈਂਟ ਮੋਲੀਕਿਊਲ, ਇਲੈਕਟ੍ਰੋਨੈਗੇਟਿਵ ਆਫ ਦਾ ਸੇਮ ਔਰ ਦਾ ਡਿਫਰੈਂਟ ਮੋਲੀਕਿਊਲ, ਕਿ ਜਿਹਦੀ ਹਾਈਡਰੋਜਨ ਆ ਉਸੇ ਦਾ ਵੀ ਇਲੈਕਟ੍ਰੋਨੈਗੇਟਿਵ ਐਲੀਮੈਂਟ ਹੋ ਸਕਦਾ ਅਤੇ ਡਿਫਰੈਂਟ ਦਾ ਵੀ ਹੋ ਸਕਦਾ। ਠੀਕ ਹੈ, ਇਹ ਕਿਉਂ ਹੁੰਦੀ ਆ, ਇਹ ਪੋਲਰ ਕੋਵਾਲੈਂਟ ਕੰਪਾਊਂਡਸ 'ਚ ਜ਼ਿਆਦਾਤਰ ਪਾਈ ਜਾਂਦੀ ਹੈ। ਕਿਉਂ, ਕਿਉਂਕਿ ਉਹਦੇ ਵਿੱਚ ਪੋਲਰ ਬੌਂਡਸ ਹੁੰਦੇ ਆ। ਪੋਲਰ ਬੌਂਡ ਕਰਕੇ ਇੱਕ ਪੋਜ਼ੀਟਿਵ ਚਾਰਜ ਆ ਗਿਆ, ਇੱਕ ਨੈਗੇਟਿਵ ਚਾਰਜ ਆ ਗਿਆ, ਆਪੋਜ਼ਿਟ ਚਾਰਜ ਇੱਕ ਦੂਸਰੇ ਨੂੰ ਕੀ ਕਰਦੇ ਆ, ਅਟਰੈਕਟ ਕਰਦੇ ਆ। ਜਨਰਲੀ ਹਾਈਡਰੋਜਨ 'ਤੇ ਪੋਜ਼ੀਟਿਵ ਚਾਰਜ ਹੀ ਹੁੰਦਾ। ਠੀਕ ਹੈ, ਅਤੇ ਪੋਜ਼ੀਟਿਵ ਚਾਰਜ ਹਾਈਡਰੋਜਨ 'ਤੇ ਆ ਗਿਆ, ਇਲੈਕਟ੍ਰੋਨੈਗੇਟਿਵ 'ਤੇ ਨੈਗੇਟਿਵ ਆ ਗਿਆ, ਅਤੇ ਇਹ ਦੋਨੋਂ ਇੱਕ ਦੂਸਰੇ ਨੂੰ ਕੀ ਕਰਨਗੇ, ਅਟਰੈਕਟ ਕਰਨਗੇ। ਠੀਕ ਹੈ, ਅੱਗੋਂ ਇਹ ਆਪਣੇ ਕੋਲੇ ਦੋ ਟਾਈਪ ਦੀ ਹੈ, ਇਹਦੀਆਂ ਟਾਈਪਸ ਨੇ ਆਪਣੇ ਕੋਲੇ ਦੋ। ਕਿਹੜੀਆਂ ਕਿਹੜੀਆਂ ਨੇ, ਦੇਖੋ, ਪਹਿਲੀ ਟਾਈਪ ਹੈ ਇੰਟਰਮੋਲੀਕਿਊਲਰ। ਇੰਟਰਮੋਲੀਕਿਊਲਰ ਹਾਈਡਰੋਜਨ ਬੌਂਡਿੰਗ। ਇੰਟਰਮੋਲੀਕਿਊਲਰ ਹਾਈਡਰੋਜਨ ਬੌਂਡਿੰਗ ਦੇ ਵਿੱਚ ਆਪਣੇ ਕੋਲੇ ਕੀ ਹੈ
ਕਿ ਇੰਟਰ ਕੀ ਹੁੰਦਾ, ਜਿਵੇਂ ਤੁਹਾਡੀ ਕਲਾਸਿਸ 'ਚ ਕੰਪੀਟੀਸ਼ਨ ਆ, ਤੁਹਾਡਾ ਕਿਸੇ ਹੋਰ ਕਲਾਸ ਨਾਲ ਹੈ ਵਿਦ ਡਿਫਰੈਂਟ ਕਲਾਸ, ਤਾਂ ਇੰਟਰ ਹੈ। ਤੁਹਾਡਾ ਆਪਣੀ ਕਲਾਸ 'ਚ ਹੀ ਹੈ ਤਾਂ ਇੰਟਰਾ। ਇੰਟਰਾ ਮੀਨਸ ਵਿਦ ਇਨ ਦਾ ਸੇਮ ਕਲਾਸ, ਕਿ ਆਪਾਂ ਗਰਲਸ ਬॉयज़ ਦਾ ਕੰਪੀਟੀਸ਼ਨ ਕਰਾ ਦਈਏ ਇੱਕੋ ਕਲਾਸ ਦੇ ਦਾ, ਤਾਂ ਉਹ ਹੋ ਗਿਆ ਇੰਟਰਾ। ਜੇ ਆਪਾਂ ਏ ਸੈਕਸ਼ਨ ਬੀ ਸੈਕਸ਼ਨ ਦਾ ਕਰਾ ਦਈਏ ਤਾਂ ਉਹ ਹੋ ਗਿਆ ਇੰਟਰ ਕਲਾਸ। ਤਾਂ ਇੱਥੇ ਹੁਣ ਇੰਟਰ ਮੋਲੀਕੂਲਰ ਹਾਈਡਰੋਜਨ ਬੌਂਡਿੰਗ ਕੀ ਹੋਊਗੀ, ਅਟਰੈਕਟਿਵ ਫੋਰਸ ਬਿਟਵੀਨ ਹਾਈਡਰੋਜਨ ਐਂਡ ਇਲੈਕਟ੍ਰੋਨੈਗੇਟਿਵ एलिमेंट ऑफ डिफरेंट मॉलीक्यूल, कि हाइड्रोजन ते जिहड़ा इलैक्ट्रोनैगेटिव एलीमेंट आ वो दोनों डिफरेंट मॉलीक्यूल्स दे विच होणगे। जिहड़ी उन्हां च हाइड्रोजन बॉन्डिंग होगी उहनूं आपां कहांगे इंटरमोलीक्यूलर हाइड्रोजन बॉन्डिंग। जिवें आ है HF एक मॉलीक्यूल हो गया, आ दूसरा मॉलीक्यूल हो गया, आ तीसरा मॉलीक्यूल हो गया एंड सो ऑन। इन्हां विचकार जिहड़ी हाइड्रोजन बॉन्डिंग है ये अपने कोले किहड़ी है, इंटरमोलीक्यूलर। ज़्यादातर यही होंदी है इंटरमोलीक्यूलर हाइड्रोजन बॉन्डिंग, ठीक है। वाटर दे विच भी यही होंदी है, जिवें वाटर की एग्जाम्पल ले लो, वाटर है इत्ते नैगेटिव चार्ज पॉजिटिव, होर मॉलीक्यूल ले लिया नैगेटिव चार्ज पॉजिटिव, इन्हां नैगेटिव ते पॉजिटिव इधर बनाने आपां हाइड्रोजन। जिवें ये आ गई वाटर की स्ट्रक्चर इदां ही होंदी है, इस तरीके नाल आ गई, इत्ते नैगेटिव चार्ज इत्ते पॉजिटिव, इन्हां च आ गया पॉजिटिव नैगेटिव, इन्हां च आ गया। इन्हां च जिहड़े हाइड्रोजन जिहड़े आ फोर्सिस जनरेट होंदियां, इन्हां फोर्सिस नूं आपां की कहने आ, हाइड्रोजन बॉन्डिंग। किहड़ी हाइड्रोजन बॉन्डिंग, इंटरमोलीक्यूलर हाइड्रोजन बॉन्डिंग, ठीक है। इंटरमोलीक्यूलर हाइड्रोजन बॉन्डिंग, ठीक है ना। इंटरमोलीक्यूलर हाइड्रोजन बॉन्डिंग कहांगे क्योंकि जिहड़ा इलैक्ट्रोनैगेटिव एलीमेंट है ते हाइड्रोजन है दोनों अलग अलग मॉलीक्यूल्स नूं बिलोंग करते हैं। ये पहला मॉलीक्यूल है, ये दूसरा है, तो ये भी किहड़ी है, इंटरमोलीक्यूलर। अमोनीया च भी इंटरमोलीक्यूलर हुंदी है, इंट्रा बहुत रेयर हुंदी है। दूसरी टाइप अपने कोले इंट्रामोलीक्यूलर हाइड्रोजन बॉन्डिंग, मतलब की है इहदा कि जिहड़ी अपने कोले हाइड्रोजन बॉन्डिंग आ वो विद इन द सेम मॉलीक्यूल है, विद इन सेम मॉलीक्यूल मीनस जिहड़ा H है तो इलैक्ट्रोनैगेटिव एलीमेंट है, बोथ बिलोंग टू सेम मॉलीक्यूल। ये दोनों की है, सेम मॉलीक्यूल नूं बिलोंग करते हैं, इक्को मॉलीक्यूल नूं बिलोंग करते हैं। जिवें अपने कोले एग्जाम्पल हुंदी है, इत्थे आ गया नाइट्रोजन, ठीक है, इहदे ते डबल नैगेटिव चार्ज, इधर आपां कोई भी एक ला दिंदे जिहदे ते हाइड्रोजन होवे, OH लाता, लैट इट बी, ठीक है। ये तुसीं ऑर्गैनिक कैमिस्ट्री च पढ़ोगे, कंपाउंड्स एग्जिस्ट करते हैं, तो ऑर्गैनिक कैमिस्ट्री दे विच ही ज़्यादातर जिहड़ी हैगी हाइड्रोजन बॉन्डिंग है वो कंसीडर की जाती है। इंट्रामोलीक्यूलर दी तुहानूं एग्जाम्पल जिहड़ी बुक च होगी जां जिहड़ी मैं नोट्स देऊँगी वो याद करनी पऊगी। इंटरमोलीक्यूलर ਦੀਆਂ ਤਾਂ नॉर्मल बहुत हैगियां, इंट्रा दी इस करके क्योंकि वो अगे +2 वाले लैवल ਦੇ ਵਿੱਚ ਹੋਣਗੀਆਂ ਇਹ, ਤਾਂ ਕਰਕੇ ਤੁਹਾਨੂੰ ਜਿਹੜਾ ਹੈਗਾ ਇਹ ਕੰਪਾਊਂਡ ਥੋੜੇ ਜਿਹੇ ਯਾਦ ਕਰਨੇ ਪੈਣਗੇ ਕਿਉਂਕਿ ਬਹੁਤ ਰੇਅਰ ਹੁੰਦੀ ਆ, ਠੀਕ ਹੈ। ਤਾਂ ਆ ਆਕਸੀਜਨ ਆ ਗਿਆ, ਆ ਹਾਈਡਰੋਜਨ ਆ ਗਿਆ, ਇਹਦੇ ਤੇ ਕੀ ਹੈ ਪੋਜ਼ਿਟਿਵ ਚਾਰਜ, ਇੱਥੇ ਨੈਗੇਟਿਵ। ਇਹਨਾਂ 'ਚ ਜਿਹੜੀ ਜਨਰੇਟ ਹੋਊਗੀ ਉਹ ਆਪਣੇ ਕੋਲੇ ਕਿਹੜੀ ਹੋਊਗੀ, ਇੰਟਰਾ ਮੋਲੀਕੂਲਰ ਹਾਈਡਰੋਜਨ ਬੌਂਡਿੰਗ। ਇਹ ਕਿਹੜੀ ਹੋਊਗੀ ਆਪਣੇ ਕੋਲੇ, इंट्रा मॉलीक्यूलर हाइड्रोजन बॉन्डिंग। इक्को मॉलीक्यूल का ही इलैक्ट्रोनैगेटिव एलीमेंट आ गया, इक्को का ही हाइड्रोजन आ गया, सेम मॉलीक्यूल, दूसरे मॉलीक्यूल च जाने की जरूरत नहीं पई आपां नूं। इहनूं आपां की कहने हैगे आ, जिहड़ी आ बॉन्डिंग है इत्थे इहनूं कहने आपां इंट्रा मॉलीक्यूलर हाइड्रोजन बॉन्डिंग, ठीक है। तो ये हो गई अपने कोले टाइप। उस तो बाद तुहाडे बुक दित्ती होनी है कंडीशनस, कि कंडीशनस की है कि हाइड्रोजन बॉन्डिंग कदों कदों हुंदी है। पहला तो की है कि इलैक्ट्रोनैगेटिव एलीमेंट जिहड़ा हैगा, जिहड़ा भी कोई एटम है, एटम अटैच्ड टू हाइड्रोजन, जिहड़ा कोई एटम हाइड्रोजन, क्योंकि हाइड्रोजन बॉन्डिंग है, हाइड्रोजन तो इनवॉल्व हो रही है, हाइड्रोजन एटम है जिहड़ा कोई भी उहदे नाल दूसरा एटम अटैच है जिन्हें बॉन्ड बनाया होया, शुड बी हाईली इलैक्ट्रोनैगेटिव। क्यों?
क्योंकि आपां की किया कि हाइड्रोजन बॉन्डिंग हाइड्रोजन ते इलैक्ट्रोनैगेटिव एलीमेंट विचकार है। तो जे ये नाल कोई इलैक्ट्रोनैगेटिव एलीमेंट लग्या होगा मोर इलैक्ट्रोनैगेटिव, तो वो नैगेटिव चार्ज हो, इत्ते की आऊगा पॉजिटिव, तां ही वो इलैक्ट्रोनैगेटिव एलीमेंट नूं अट्रैक्ट करूगा क्योंकि ये भी किहड़ा चार्ज होगा नैगेटिव। जे ये लैस इलैक्ट्रोनैगेटिव लग्या होया ये पॉजिटिव होया ते नैगेटिव होया, फिर वो इलैक्ट्रोनैगेटिव एलीमेंट नूं की करूगी, रिपैल करूगी। तो हाइड्रोजन बॉन्डिंग होने लई की है कि हाइड्रोजन के नाल जिहड़ा एलीमेंट लग्या कोई भी अटैच है, जिवें इत्थे ऑक्सीजन है, ठीक है, उत्थे भी जिहड़े आपां वाटर दे विच जिहड़ी एग्जाम्पल कोट कीती सीगी ਉਹਦੇ ਵਿੱਚ ਵੀ ਆਕਸੀਜਨ ਲੱਗਿਆ ਸੀ ਹਾਈਡਰੋਜਨ ਦੇ ਨਾਲ, ਉੱਥੇ ਆਪਾਂ HF ਦੇ ਵਿੱਚ ਕੀ ਲੱਗਿਆ ਸੀ, ਫਲੋਰੀਨ ਲੱਗਿਆ ਸੀ। ਤਾਂ ਜਿਹੜਾ H ਦੇ ਨਾਲ ਅਟੈਚ ਆ ਉਹ ਕੀ ਹੋਣਾ ਚਾਹੀਦਾ, ਇਲੈਕਟ੍ਰੋਨੈਗੇਟਿਵ ਹੋਣਾ ਚਾਹੀਦਾ, ਸੋ ਦੈਟ ਹਾਈਡਰੋਜਨ 'ਤੇ ਪੋਜ਼ਿਟਿਵ ਚਾਰਜ ਆ ਜੇ ਅਤੇ ਉਹ ਦੂਸਰੇ ਇਲੈਕਟ੍ਰੋਨੈਗੇਟਿਵ ਐਲੀਮੈਂਟ ਨੂੰ ਕੀ ਕਰ ਸਕੇ, ਅਟਰੈਕਟ ਕਰ ਸਕੇ। ਠੀਕ ਹੈ, ਦੈਨ ਦੂਸਰੀ ਕੰਡੀਸ਼ਨ ਆਪਣੇ ਕੋਲੇ ਕਿ ਇਲੈਕਟ੍ਰੋਨੈਗੇਟਿਵ ਐਲੀਮੈਂਟ ਦਾ ਸਾਈਜ਼ ਕੀ ਹੋਣਾ ਚਾਹੀਦਾ, ਸਮੋਲ ਹੋਣਾ ਚਾਹੀਦਾ। ਇਲੈਕਟ੍ਰੋਨੈਗੇਟਿਵ ਐਟਮ should have small size, कि ਉਹਦਾ ਸਾਈਜ਼ ਕੀ ਹੋਣਾ ਚਾਹੀਦਾ, ਸਮੋਲ ਹੋਣਾ ਚਾਹੀਦਾ, ਕਿਉਂਕਿ ਸਮੋਲ ਸਾਈਜ਼ ਜਿੰਨਾ ਹੋਵੇ ਉਨੀ ਇਲੈਕਟ੍ਰੋਨੈਗੇਟਿਵਿਟੀ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਠੀਕ ਹੈ, ਇਹ ਚੀਜ਼ ਆਪਾਂ ਪੜ੍ਹੀਏ ਅਤੇ ਆਪਾਂ ਨੂੰ ਜਿੰਨੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੋਊਗੀ ਉਨਾ ਆਪਾਂ ਨੇ ਲਈ ਕੀ ਹੈ, ਬੈਨੀਫਿਟ ਹੈ। ਠੀਕ ਹੈ, Cl ਜਿਹੜਾ ਹੈਗਾ ਉਹ ਬਹੁਤ ਘੱਟ ਹਾਈਡਰੋਜਨ ਬੌਂਡਿੰਗ ਸ਼ੋ ਕਰਦਾ ਹੈਗਾ। ठीक है, ये भी आ जाता क्वेश्चन, इत्थे मैं तुहानूं लिख के दिता सी ना कि Cl हो सकता हैगा, तो इत्थों Cl कट दिओ। ठीक है, Cl मैं बाय मिसटेक लिखता, यही हो सकते हैं इलैक्ट्रोनैगेटिव एलीमेंट। क्लोरीन आ जिहड़ा वो हाइड्रोजन बॉन्डिंग नहीं बनाउंदा, नॉट मेकिंग हाइड्रोजन बॉन्ड। Cl का क्योंकि साइज़ ज़्यादा आ जाता, इत्थे साइज़ भी मैटर करता है, साइज़ भी छोटा होना चाहिए इलैक्ट्रोनैगेटिव एलीमेंट का। क्लोरीन का साइज़ इलैक्ट्रोनैगेटिविटी नो डाउट इसकी नाइट्रोजन जिन्नी है, पर इसका साइज़ है जिहड़ा वो ज़्यादा नाइट्रोजन नालों, तां करके Cl जिहड़ा हैगा वो अपने कोले हाइड्रोजन बॉन्ड नहीं बनाउंदा। ठीक है, तो उस तो बाद हुण अपने कोले हैगा बुक 'च देख लो डिफरेंस बिटवीन हाइड्रोजन बॉन्ड एंड कोवालेंट बॉन्ड। हाइड्रोजन बॉन्ड दे विच डाईपोल इंट्रैक्शनस ने। डाईपोल की हुंदा, जिथे दो चार्ज डिवेलप होए होण, तो इहदे विच देखो क्या डाईपोल्स ही है, ये पॉजिटिव चार्ज नैगेटिव, ये भी डाईपोल है, ये भी डाईपोल है। तो डाईपोल दे विच की है, इंट्रैक्शनस है। ठीक है, डाई मीनस दो पोल। ठीक है, कोवालेंट बॉन्ड दे विच आपां नूं पता शेयरिंग ऑफ इलैक्ट्रॉन है। हाइड्रोजन बॉन्ड किवें बनदा हैगा, बट हाइड्रोजन एटम ते इलैक्ट्रोनैगेटिव एलीमेंट होना चाहिए, मीनस एक कंडीशन ही है भी होना चाहिए इलैक्ट्रोनैगेटिव एलीमेंट। कोवालेंट बॉन्ड दे विच अपने कोले की है कि इलैक्ट्रोनैगेटिविटी डिफरेंस जरूरी नहीं हैगा। किवें कोवालेंट बॉन्ड H2 दे विच भी है, तो HH दे विच कोई इलैक्ट्रोनैगेटिविटी डिफरेंस नहीं, फिर भी कोवालेंट बॉन्ड बन रहा है। पर हाइड्रोजन बॉन्डिंग इत्थे नहीं बन रहीगी, इत्थे हाइड्रोजन बॉन्डिंग नहीं एग्जिस्ट करती। तो हाइड्रोजन बॉन्डिंग वास्ते कंडीशन है कि इलैक्ट्रोनैगेटिविटी एलीमेंट होना चाहिए, ये विच कोई कंडीशन नहीं। कोवालेंट बॉन्ड दे विच उहदे विच एलीमेंट सेम एलीमेंट्स दे विच भी कोवालेंट बॉन्ड है जिहड़ा वो बनदा है। स्ट्रैंथ बहुत घट है, दस्सिया तुहानूं मैं कि ये अपने कोले वीक बॉन्ड है, ਇਹਦੀ ਆਪਣੇ ਕੋਲੇ ਇਹਦੇ ਨਾਲੋਂ ਬੌਂਡ ਜਿਹੜੀ ਸਟਰੈਂਥ ਉਹ ਜ਼ਿਆਦਾ ਹੈ। ਠੀਕ ਹੈ, ਉਸ ਤੋਂ ਬਾਅਦ ਐਗਜ਼ਾਮਪਲਸ ਦਿੱਤੀਆਂ ਹੋਈਆਂ, ਹਾਈਡਰੋਜਨ ਫਲੋਰਾਈਡ ਇਹ ਜ਼ਿਗਜ਼ੈਗ ਚੇਨ ਹੁੰਦੀ ਹੈ। ਐਸੋਸੀਏਟਡ ਦਾ ਮਤਲਬ ਹੁੰਦਾ ਇਕੱਠੇ ਹੋ ਜਾਣਾ ਮੋਲੀਕਿਊਲਸ ਨੇ, ਕਿ ਆਹ ਮੋਲੀਕਿਊਲ ਇਹਦੇ ਨਾਲ ਜੁੜਿਆ, ਇਹਦੇ ਨਾਲ ਜੁੜਿਆ, ਇਹਦੇ ਨਾਲ ਜੁੜਿਆ, ਇਹਦੇ ਨਾਲ ਜੁੜਿਆ, ਇਹਦੇ ਨਾਲ ਅੱਗੋਂ ਇਹ ਜੁੜੇ ਹੋਏ ਆ। ਵਾਟਰ ਮੋਲੀਕਿਊਲ 'ਚ ਆ ਗਿਆ, ਅਮੋਨੀਆ 'ਚ ਆ ਗਿਆ, ਅਤੇ ਤੁਸੀਂ ਜਸਟ ਰੀਡ ਕਰਨੀਆਂ ਨੇ ਐਗਜ਼ਾਮਪਲਸ। ਠੀਕ ਹੈ, तो एग्जाम्पल्स ਜਿਹੜੀਆਂ ਹੈਗੀਆਂ ਤੁਸੀਂ ਕਰ ਲੈਣੀਆਂ ਹੈਗੀਆਂ। ਉਸ ਤੋਂ ਬਾਅਦ ਹੁਣ ਆਪਣੇ ਕੋਲੇ ਟਾਈਪਸ ਆਪਾਂ ਡਿਸਕਸ ਕਰ ਚੁੱਕੇ ਹੈਗੇ ਆ। ਉਸ ਤੋਂ ਬਾਅਦ ਆ ਗਿਆ ਇਨਫਲੂਐਂਸ ਆਫ ਹਾਈਡਰੋਜਨ ਬੌਂਡਿੰਗ ਔਨ ਪ੍ਰੋਪਰਟੀਜ਼ ਔਰ ਕੌਨਸੀਕੁਐਂਸਸ। ਠੀਕ ਹੈ, ਇਹ ਆਪਾਂ ਡਿਸਕਸ ਕਰਨੇ ਹੈਗੇ ਆ ਕਿ ਹਾਈਡਰੋਜਨ ਬੌਂਡਿੰਗ ਦਾ ਇਫੈਕਟ ਕੀ ਪੈਂਦਾ ਜੇ ਹਾਈਡਰੋਜਨ ਬੌਂਡਿੰਗ ਹੋਵੇ ਮੋਲੀਕਿਊਲ ਦੇ ਵਿੱਚ। ਦੈਨ ਫਸਟ, ਠੀਕ ਹੈ, ਤਾਂ ਇਹ ਆ ਗਿਆ ਆਪਣੇ ਕੋਲੇ ਕੌਨਸੀਕੁਐਂਸਸ और इन्फ्लुएंस ऑफ हाइड्रोजन बॉन्डिंग, कि हाइड्रोजन बॉन्डिंग के की प्रभाव ने, की इफेक्ट ने अपने कोल। सो फस्ट इज एसोसीएशन। एसोसीएशन का की मतलब है कि जिवें आपां देखिया HF च मॉलीक्यूल च हैगे जिगजैग नो डाउट, ये चलो आप इदा सिंपल ही बना लें। HF फिर
ਇੱਕ ਆਪਣੇ ਕੋਲੇ ਮੋਲੀਕਿਊਲ ਹੈ HCl। HF ਦੇ ਵਿੱਚ ਕੀ ਹੈ ਦੇਖੋ, ਆਹ ਹਾਈਡਰੋਜਨ ਬੌਂਡਿੰਗ ਡਿਵੈਲਪ ਹੋ ਗਈ। ਹਾਈਡਰੋਜਨ ਬੌਂਡਿੰਗ ਦੇ ਨਾਲ ਆਹ HF ਮੋਲੀਕਿਊਲ ਇਹਦੇ ਨਾਲ ਜੁੜਿਆ, ਆ ਇਹਦੇ ਨਾਲ ਜੁੜਿਆ, ਮੀਨਸ ਇਹ ਐਸੋਸ਼ੀਏਟ ਹੋ ਗਏ, ਇਕੱਠੇ ਹੋ ਗਏ। ਇਹਦੇ ਵਿੱਚ ਕੀ ਹੈ, ਇਹ ਮੋਲੀਕਿਊਲ ਅਲੱਗ ਪਿਆ, ਇਹ ਅਲੱਗ ਪਿਆ, ਇਹ ਅਲੱਗ ਪਿਆ, ਕਿਉਂਕਿ ਇਹਨਾਂ 'ਚ ਹਾਈਡਰੋਜਨ ਬੌਂਡਿੰਗ ਨਹੀਂ ਹੈਗੀ। ਤਾਂ ਕਰਕੇ ਕੀ ਹੈ ਕਿ ਜੇ ਹਾਈਡਰੋਜਨ ਬੌਂਡਿੰਗ ਹੋਵੇ ਤਾਂ ਮੋਲੀਕਿਊਲਸ ਇੱਕ ਦੂਜੇ ਨਾਲ ਜੁੜੇ ਹੁੰਦੇ ਆ। ਜੁੜੇ ਹੋਣ ਕਰਕੇ ਉਹਨਾਂ ਦੇ ਵਿੱਚ ਕਿਹੜੀ ਪ੍ਰੋਪਰਟੀ ਆ ਜਾਂਦੀ ਹੈ, ਐਸੋਸੀਏਸ਼ਨ ਦੀ ਆ ਜਾਂਦੀ ਹੈ। ਵਾਟਰ ਮੋਲੀਕਿਊਲ ਵੀ ਇਸੇ ਤਰੀਕੇ ਨਾਲ ਇੱਕ ਦੂਸਰੇ ਨਾਲ ਐਸੋਸੀਏਟਡ ਹੋ ਜਾਂਦੇ ਆ ਕਿ ਇਹਨਾਂ ਵਿੱਚ ਹਾਈਡਰੋਜਨ ਬੌਂਡਿੰਗ ਆ ਗਈ, ਇਹ ਮੋਲੀਕਿਊਲ ਠੀਕ ਹੈ ਇਹਦੇ ਨਾਲ ਜੁੜ ਗਿਆ, ਇੱਧਰੋਂ ਹੋਰ ਕੋਈ ਮੋਲੀਕਿਊਲ ਪਿਆ ਇਹਨਾਂ ਨਾਲ ਜੁੜ ਗਿਆ, ਇਹ ਅੱਗੋਂ ਇਹਦੇ ਨਾਲ ਜੁੜ ਗਏ। ਲਾਈਕ ਇੱਦਾਂ ਇੱਦਾਂ ਇਹ ਕੀ ਹੋਈ ਜਾਂਦਾ, ਜੁੜੀ ਜਾਂਦੇ ਇੱਕ ਦੂਜੇ ਦੇ ਨਾਲ, ਤਾਂ ਐਸੋਸੀਏਸ਼ਨ ਹੋਈ ਜਾਂਦੀ ਹੈ ਕਿਉਂਕਿ ਬੌਂਡ ਬਣਿਆ ਜਾਂਦਾ। ਜਦੋਂ ਬੌਂਡ ਹੀ ਨਹੀਂ ਹੋਊਗਾ ਤਾਂ ਉਹ ਐਸੋਸੀਏਟ ਵੀ ਕਿੱਥੋਂ ਹੋਣਗੇ। ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਸੈਕਿੰਡ, ਮੈਲਟਿੰਗ ਤੇ ਬੋਇਲਿੰਗ ਪੁਆਇੰਟ। ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ। ਓਬਵੀਅਸਲੀ ਹੁਣ ਜੇ HF ਹੈ, HF ਦਾ ਕੇਸ ਆਪਣੇ ਕੋਲੇ, ਤੇ ਇੱਕ HCl ਦਾ। HCl 'ਚ ਆਹ ਬੌਂਡ ਹੈ ਨਹੀਂ, ਹਾਈਡਰੋਜਨ ਬੌਂਡਿੰਗ ਹੈ ਨਹੀਂ, ਇਹਦੇ ਵਿੱਚ ਆਹ ਐਕਸਟਰਾ ਫੋਰਸ ਪਈ ਹੈ। ਜਿਹਦੀ ਐਕਸਟਰਾ ਫੋਰਸ ਹੋਊਗੀ, ਜਿਹਦੇ ਵਿੱਚ ਐਕਸਟਰਾ ਬੌਂਡ ਹੋਊਗਾ, ਉਹਨੂੰ ਤੋੜਨ ਲਈ ਐਨਰਜੀ ਵੀ ਕੀ ਚਾਹੀਦੀ ਹੋਊਗੀ, ਜ਼ਿਆਦਾ ਐਨਰਜੀ ਜ਼ਿਆਦਾ ਚਾਹੀਦੀ ਹੋ, ਮੀਨਸ ਇਹਦਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੋਣਗੇ, ਜ਼ਿਆਦਾ ਹੋਣਗੇ ਜਿਨ੍ਹਾਂ 'ਚ ਹਾਈਡਰੋਜਨ ਬੌਂਡਿੰਗ ਹੈ। ਇਹਦੇ ਮੈਲਟਿੰਗ ਬੋਇਲਿੰਗ ਪੁਆਇੰਟ ਕੀ ਹੋਣਗੇ, ਲੋ ਹੋਣਗੇ ਜਿਨ੍ਹਾਂ 'ਚ ਹਾਈਡਰੋਜਨ ਬੌਂਡਿੰਗ ਘੱਟ ਹੈ, ਕਿਉਂਕਿ ਉਹਨਾਂ ਵਿੱਚ ਇੱਕ ਐਕਸਟਰਾ ਫੋਰਸ ਹੈ ਜਿਹਨੂੰ ਆਪਾਂ ਬ੍ਰੇਕ ਡਾਊਨ ਕਰਨਾ ਹੈ। ਉਹ ਮੋਲੀਕਿਊਲ ਇਕੱਠਾ ਹੋ ਜਾਂਦਾ, ਐਸੋਸ਼ੀਏਟਡ ਕੋਈ ਵੀ ਚੀਜ਼ ਹੈ, ਜਿਵੇਂ ਚੇਨ ਹੈ ਕਿਸੇ ਚੀਜ਼ ਦੀ, ਤਾਂ ਉਹਨੂੰ ਤੋੜਨਾ ਡਿਫੀਕਲਟ ਹੈ। ਜੇ ਕੋਈ ਚੀਜ਼ ਅਲੱਗ-ਅਲੱਗ ਪਈ ਹੈ ਤਾਂ ਉਹਨੂੰ ਤੋੜਨਾ ਕੀ ਹੈ, ਸੌਖਾ ਹੈ। ਅਤੇ ਇਹਦੀ ਕੀ ਬਣ ਜਾਂਦੀ ਹੈ, ਚੇਨ ਬਣ ਜਾਂਦੀ ਹੈ ਜਿਨ੍ਹਾਂ 'ਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ, ਤਾਂ ਉਹਨੂੰ ਚੇਨ ਨੂੰ ਤੋੜਨਾ ਕੀ ਹੁੰਦਾ, ਡਿਫੀਕਲਟ ਹੋ ਜਾਂਦਾ, ਅਟਰੈਕਸ਼ਨਸ ਜ਼ਿਆਦਾ ਹੋ ਜਾਂਦੀਆਂ ਆਪਣੇ ਕੋਲੇ। ਤਾਂ ਕਰਕੇ ਆਪਣੇ ਕੋਲ ਐਨਰਜੀ ਜ਼ਿਆਦਾ ਚਾਹੀਦੀ ਹੈ ਉਹਨਾਂ ਨੂੰ ਤੋੜਨ ਵਾਸਤੇ, ਤਾਂ ਕਰਕੇ ਮੈਲਟਿੰਗ ਅਤੇ ਬੋਇਲਿੰਗ ਪੁਆਇੰਟਸ ਕੀ ਹੋ ਜਾਂਦੇ ਆ, ਜ਼ਿਆਦਾ ਹੋ ਜਾਂਦੇ ਆ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਇਨਫਲੂਐਂਸ ਔਨ ਫਿਜ਼ੀਕਲ ਸਟੇਟ। ਥਰਡ ਆ ਗਿਆ ਇਫੈਕਟ ਔਰ ਇਨਫਲੂਐਂਸ ਔਨ ਫਿਜ਼ੀਕਲ ਸਟੇਟ। ਫਿਜ਼ੀਕਲ ਸਟੇਟ ਕੀ ਹੁੰਦੀ ਹੈ ਆਪਣੇ ਕੋਲ, ਕਿ ਕੋਈ ਵੀ ਚੀਜ਼ ਆਪਾਂ ਨੂੰ ਦਿਖਦੀ ਕਿਹੜੀ ਸਟੇਟ ਵਿੱਚ ਹੈ, ਉਹ ਆਪਣੇ ਸੋਲਿਡ ਦਿਖਦੀ ਆ, ਉਹ ਆਪਾਂ ਨੂੰ ਲਿਕੁਇਡ ਦਿਖਦੀ ਆ, ਉਹ ਆਪਾਂ ਨੂੰ ਗੈਸ਼ੀਅਸ ਫਾਰਮ 'ਚ ਦਿਖਦੀ ਆ, ਉਹ ਹੁੰਦੀ ਆ ਉਹਦੀ ਫਿਜ਼ੀਕਲ ਸਟੇਟ, ਕਿ ਅਪੀਅਰ ਕਿੱਦਾਂ ਹੁੰਦੀ ਆ ਉਹ। ਠੀਕ ਹੈ, ਹੁਣ ਜਿਵੇਂ ਆਪਣੇ ਕੋਲੇ ਵਾਟਰ ਹੈ, ਉਹ ਲਿਕੁਇਡ ਫਾਰਮ ਦੇ ਵਿੱਚ ਹੈ, ਆਈਸ ਹੈ ਤਾਂ ਉਹਦੀ ਫਿਜ਼ੀਕਲ ਸਟੇਟ ਸੋਲਿਡ ਹੋਊਗੀ। ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਆਪਣੇ ਕੋਲੇ ਕੀ ਹੈ ਕਿ H2O ਅਤੇ H2S ਹੈਗੇ, ਤਾਂ ਦੋਨਾਂ ਵਿੱਚ ਕੀ ਹੈ ਆਪਣੇ ਕੋਲੇ ਹਾਈਡਰੋਜਨ ਬੌਂਡਿੰਗ ਹੀ ਹੈ। ਅਤੇ ਇਹ ਆਪਣੇ ਕੋਲੇ ਗੈਸ ਹੈ, ਇਹ ਆਪਣੇ ਕੋਲੇ ਕੀ ਹੈ, ਲਿਕੁਇਡ ਹੈ। ਠੀਕ ਹੈ, ਕਿਉਂ ਗੈਸ, ਹੁਣ ਗੈਸ ਦੇ ਵਿੱਚ ਆਪਾਂ ਨੂੰ ਪਤਾ ਫੋਰਸਿਸ ਕੀ ਹੁੰਦੀਆਂ, ਵੀਕ ਹੁੰਦੀਆਂ। ਇਹਦੇ ਵਿੱਚ ਲਿਕੁਇਡ 'ਚ ਗੈਸ ਦੇ ਕੰਪੈਰੀਜ਼ਨ ਫੋਰਸਿਸ ਕੀ ਹੁੰਦੀਆਂ, ਸਟਰੋਂਗ ਹੁੰਦੀਆਂ। ਇਹ ਲਿਕੁਇਡ ਕਿਉਂ ਐਗਜ਼ਿਸਟ ਕਰਦਾ, ਕਿਉਂਕਿ ਇਹਦੇ 'ਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਹਾਈਡਰੋਜਨ ਬੌਂਡਿੰਗ ਹੋਊਗੀ ਤਾਂ ਮੋਲੀਕਿਊਲ ਕੀ ਹੈ, ਇੱਕ ਦੂਜੇ ਦੇ ਨਾਲ ਜੁੜੇ ਆ, ਅਤੇ ਆਪਾਂ ਨੂੰ ਪਤਾ ਲਿਕੁਇਡ ਦੇ ਵਿੱਚ ਮੋਲੀਕਿਊਲ ਇੱਕ ਦੂਜੇ ਨਾਲ ਜੁੜੇ ਹੁੰਦੇ ਆ। ਗੈਸ ਦੇ ਵਿੱਚ ਮੋਲੀਕਿਊਲਸ ਇੱਦਾਂ ਇੱਦਾਂ ਪਏ ਹੁੰਦੇ ਆ ਕਿਤੇ ਕਿਤੇ ਵੀ, ਕਿਉਂਕਿ ਇਹਨਾਂ ਵਿੱਚ ਹਾਈਡਰੋਜਨ ਬੌਂਡਿੰਗ ਨਹੀਂ ਹੈਗੀ, ਇੱਕ ਦੂਜੇ ਨੂੰ ਬਾਈਂਡ ਨਹੀਂ ਕੀਤਾ ਹੋਇਆ। ਤਾਂ ਕਰਕੇ H2S ਕੀ ਐਗਜ਼ਿਸਟ ਕਰਦੀ ਹੈ, ਗੈਸ ਕਰਦੀ ਹੈ। ਇਹਦੇ ਮੋਲੀਕਿਊਲ ਇਸ ਤਰੀਕੇ ਨਾਲ ਪਏ ਹੁੰਦੇ ਆ, ਕੋਈ ਇਹਨਾਂ ਵਿੱਚ ਫੋਰਸ ਨਹੀਂ ਹੈਗੀ। ਵਾਟਰ ਦੇ ਮੋਲੀਕਿਊਲ ਇਸ ਤਰੀਕੇ ਨਾਲ ਪਏ ਆ ਨੇੜੇ ਨੇੜੇ, ਕਿਉਂਕਿ ਇਹਨਾਂ ਵਿੱਚ ਕੀ ਹੈ, ਹਾਈਡਰੋਜਨ ਬੌਂਡਿੰਗ ਹੈ। ਠੀਕ ਹੈ, ਇਹਨਾਂ ਵਿੱਚ ਜਦੋਂ ਹਾਈਡਰੋਜਨ ਬੌਂਡਿੰਗ ਹੈਗੀ ਦੈਟ ਮੀਨਸ ਇਹ ਲਿਕੁਇਡ ਸਟੇਟ 'ਚ ਆ, ਤਾਂ ਕਰਕੇ ਇਹਨਾਂ 'ਚ ਫੋਰਸਿਸ ਸਟਰੋਂਗ ਨੇ, ਇਹਦੇ 'ਚ ਫੋਰਸਿਸ ਕੀ ਨੇ, ਵੀਕ ਨੇ। ਅਤੇ ਇਹ ਆਪਣੇ ਕੋਲ ਕੀ ਐਗਜ਼ਿਸਟ ਕਰਦੀ ਹੈ, ਐਜ਼ ਅ ਗੈਸ ਐਗਜ਼ਿਸਟ ਕਰਦੀ ਹੈ। ਠੀਕ ਹੈ, ਤਾਂ ਕਰਕੇ ਫਿਜ਼ੀਕਲ ਸਟੇਟ 'ਤੇ ਕੀ ਇਫੈਕਟ ਆਉਂਦਾ ਕਿ ਇਹ ਫਿਜ਼ੀਕਲ ਸਟੇਟ ਨੂੰ ਚੇਂਜ ਕਰ ਸਕਦੀ ਹੈਗੀ ਹੈ। ਜਿਵੇਂ ਇਹ ਸੇਮ O ਅਤੇ ਆਕਸੀਜਨ ਅਤੇ ਸਲਫਰ ਸੇਮ ਗਰੁੱਪ ਨੂੰ ਬਿਲੋਂਗ ਕਰਦੇ ਆ, ਹਾਈਡਰੋਜਨ ਵੀ ਸੇਮ ਹੋ ਗਿਆ। ਤਾਂ ਕਰਕੇ ਇਹ ਆਪਣੇ ਕੋਲ ਕੀ ਹੈਗਾ ਕਿ ਆਕਸੀਜਨ ਦੀ ਇਲੈਕਟ੍ਰੋਨੈਗੇਟਿਵਿਟੀ ਬਹੁਤ ਜ਼ਿਆਦਾ, ਤਾਂ ਕਰਕੇ ਇਹ 'ਚ ਹਾਈਡਰੋਜਨ ਬੌਂਡਿੰਗ ਹੁੰਦੀ ਹੈ। ਸਲਫਰ ਦੇ ਵਿੱਚ ਜਿਹੜੀ ਹਾਈਡਰੋਜਨ ਬੌਂਡਿੰਗ ਆ ਉਹ ਘੱਟ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ। ਠੀਕ ਹੈ, ਤਾਂ ਕਰਕੇ ਇਹ ਆਪਣੇ ਕੋਲ ਕੀ ਹੈਗਾ ਕਿ ਇਹਦੇ ਵਿੱਚ ਆਪਣੇ ਕੋਲ ਫਿਜ਼ੀਕਲ ਸਟੇਟ 'ਤੇ ਇਹ ਇਫੈਕਟ ਆਉਂਦਾ। ਠੀਕ ਹੈ, ਨੈਕਸਟ ਹੋਰ ਆਪਣੇ ਕੋਲ ਹੈਗੀ ਆ ਸੋਲਿਬਿਲਿਟੀ ਐਂਡ ਵੋਲੇਟਿਲਿਟੀ। ਫੋਰਥ ਇਫੈਕਟ ਆ ਗਿਆ ਸੋਲਿਬਿਲਿਟੀ ਦਾ। ਠੀਕ ਹੈ, ਫੋਰਥ ਕੌਨਸੀਕੁਐਂਸਿਸ ਕੀ ਆ ਗਿਆ ਆਪਣੇ ਕੋਲ, ਫੋਰਥ ਆ ਗਿਆ ਸੋਲਿਬਿਲਿਟੀ। ਸੋਲਿਬਿਲਿਟੀ ਕੀ ਹੁੰਦੀ ਹੈ, ਡਿਜ਼ੋਲਵ ਹੋਣਾ, ਕਿਸੇ ਵੀ ਚੀਜ਼ ਦੇ ਵਿੱਚ ਘੁਲ ਜਾਣਾ।
ਤੇ ਇੱਥੇ ਆਪਾਂ ਜ਼ਿਆਦਾਤਰ ਚੀਜ਼ਾਂ ਕਿਹਦੇ 'ਚ ਡਿਜ਼ੋਲਵ ਕਰਦੇ ਹਾਂ, ਵਾਟਰ 'ਚ ਐਜ਼ ਅ ਯੂਨੀਵਰਸਲ ਸੋਲਵੈਂਟ ਆ। ਤਾਂ ਆਪਾਂ ਇਹਦੀ ਗੱਲ ਹੀ ਕਰ ਲੈਂਦੇ ਹਾਂ ਕਿ ਹੁਣ ਵਾਟਰ ਦੇ ਵਿੱਚ ਚੀਜ਼ਾਂ ਦੋ ਤਰੀਕੇ ਨਾਲ ਜਿਹੜੀਆਂ ਡਿਜ਼ੋਲਵ ਕਰਦੀਆਂ, ਇੱਕ ਤਾਂ ਡਿਊ ਟੂ ਹਾਈਡਰੋਜਨ ਬੌਂਡਿੰਗ, ਕਿ ਹਾਈਡਰੋਜਨ ਬੌਂਡਿੰਗ ਦਾ ਕਰਕੇ, ਦੂਸਰਾ ਕਿ ਚੀਜ਼ਾਂ ਪੋਲਰ ਹੋਣ। ਠੀਕ ਹੈ, ਹੁਣ ਜਿਵੇਂ ਸ਼ੂਗਰ ਹੈ, ਸ਼ੂਗਰ ਨੋਨ ਪੋਲਰ ਹੈ, ਜਿਹੜੀ ਆਪਾਂ ਘਰਾਂ 'ਚ ਖੰਡ ਖੋਰਦੇ ਹਾਂ ਉਹ ਨੋਨ ਪੋਲਰ ਹੁੰਦੀ ਹੈ, ਪਰ ਫਿਰ ਵੀ ਪਾਣੀ 'ਚ ਘੁਲ ਜਾਂਦੀ ਹੈ। ਕਿਉਂ ਘੁਲ ਜਾਂਦੀ? ਕਿਉਂਕਿ ਉਹ ਵਾਟਰ ਨਾਲ ਹਾਈਡਰੋਜਨ ਬੌਂਡਿੰਗ ਸ਼ਿਫਟ ਕਰ ਲੈਂਦੀ ਹੈ, ਕਿਉਂਕਿ ਉਹ ਕੀ ਕਰ ਲੈਂਦੀ ਆ, ਵਾਟਰ ਦੇ ਨਾਲ ਹਾਈਡਰੋਜਨ ਬੌਂਡਿੰਗ ਬਣਾ ਲੈਂਦੀ ਹੈ, ਤਾਂ ਕਰਕੇ ਉਹ ਵਾਟਰ 'ਚ ਡਿਜ਼ੋਲਵ ਹੋ ਜਾਂਦੀ ਹੈ। ਠੀਕ ਹੈ, ਤਾਂ ਉਹ ਕੀ ਕਰਦੇ ਹੈਗੇ, ਕਈ ਸਬਸਟੈਂਸ ਕੀ ਹੁੰਦੇ ਆ ਕਿ ਵਾਟਰ ਦੇ ਨਾਲ ਕੀ ਕਰ ਲੈਂਦੇ ਆ, ਆਪਦੀ ਹਾਈਡਰੋਜਨ ਬੌਂਡਿੰਗ ਹੈ ਜਿਹੜੀ ਉਹ ਬਣਾ ਲੈਂਦੇ ਆ। ਕੋਈ ਵੀ ਜਿਵੇਂ ਇੱਥੇ ਆਪਣੇ ਕੋਲ ਸ਼ੂਗਰ ਦੇ ਮੋਲੀਕਿਊਲਸ ਹੈ, ਇਹਨਾਂ ਨੇ ਹਾਈਡਰੋਜਨ ਨਾਲ, ਇਹਨਾਂ ਨਾਲ ਕੀ ਕਰ ਲਈ, ਆਪਦੀ ਹਾਈਡਰੋਜਨ ਬੌਂਡਿੰਗ ਬਣਾ ਲਈ ਵਾਟਰ ਦੇ ਨਾਲ। ਤਾਂ ਉਹ ਕੀ ਹੈ, ਹੁਣ ਜਦੋਂ ਬੌਂਡ ਹੀ ਬਣ ਗਏ, ਜਦੋਂ ਸੋਲੀਬਿਲਿਟੀ ਕੀ ਹੋਊਗੀ, ਜੇ ਸੋਲਿਊਟ ਤੇ ਸੋਲਵੈਂਟ ਦੇ ਨਾਲ ਵਿੱਚ ਕੀ ਬਣ ਗਏ, ਬੌਂਡ ਬਣ ਗਏ, ਓਨਾ ਜ਼ਿਆਦਾ ਉਹ ਕਿਸੇ ਚੀਜ਼ 'ਚ ਕੀ ਹੋ ਡਿਜ਼ੋਲਵ ਹੋ ਜੂ। ਤੁਹਾਡਾ ਕਿਸੇ ਫਰੈਂਡ ਦੇ ਨਾਲ ਬੌਂਡ ਬਣ ਜਾਂਦਾ, ਤੁਸੀਂ ਉਹਦੇ ਨਾਲ ਓਨਾ ਹੀ ਕੀ ਹੋ ਜਾਂਦੇ ਹੋ, ਘੁਲ ਮਿਲ ਜਾਂਦੇ ਹੋ। ਤਾਂ ਸੇਮ ਵਿਦ ਦਾ ਕਿ ਵਾਟਰ ਦੇ ਨਾਲ ਜਿਹੜੀ ਚੀਜ਼ ਬੌਂਡ ਬਣਾਊਗੀ, ਜੇ ਹਾਈਡਰੋਜਨ ਬੌਂਡਿੰਗ ਡਿਵੈਲਪ ਹੋ ਜਾਂਦੀ ਹੈ ਤਾਂ ਉਹ ਆਪਣੇ ਕੋਲੇ ਕੀ ਹੈ, ਡਿਜ਼ੋਲਵ ਹੋ ਜਾਂਦੀ ਹੈ, ਅਤੇ ਉਹਦੀ ਸੋਲੀਬਿਲਿਟੀ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਦੈਟ ਮੀਨਸ ਡਿਊ ਟੂ ਹਾਈਡਰੋਜਨ ਬੌਂਡਿੰਗ ਸੋਲੀਬਿਲਿਟੀ ਇਨਕਰੀਜ਼ਸ, ਸੋਲੀਬਿਲਿਟੀ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਠੀਕ ਹੈ, ਦੈਨ ਉਸ ਤੋਂ ਬਾਅਦ ਆਪਣੇ ਕੋਲੇ ਕੀ ਹੈ, ਵੋਲਟਿਲਿਟੀ। ਫਿਫਥ ਪ੍ਰੋਪਰਟੀ ਇਜ਼ ਵੋਲਟਿਲਿਟੀ। ਵੋਲਟਿਲਿਟੀ ਕੀ ਹੁੰਦਾ, ਪ੍ਰੋਪਰਟੀ ਟੂ ਕਨਵਰਟ ਇਨਟੂ ਵੇਪਰਸ। ਠੀਕ ਹੈ, ਵੇਪਰਸ ਦੇ ਵਿੱਚ ਚੇਂਜ ਹੋਣ ਦੀ ਪ੍ਰੋਪਰਟੀ ਨੂੰ ਵੋਲਟਿਲਿਟੀ ਕਹਿੰਦੇ ਆ। ਜਿਵੇਂ ਐਸੀਟੋਨ ਹੁੰਦਾ ਕਿ ਉਹ ਜਿਹੜਾ ਨੇਲ ਪੇਂਟਸ ਦੇ ਵਿੱਚ ਹੁੰਦਾ ਕਿ ਉਹ ਜਲਦੀ ਵੈਪੋਰੇਟ ਹੋ ਜਾਂਦਾ, ਮੀਨਸ ਉਹਦੀ ਵੋਲਟਿਲਿਟੀ ਹਾਈ ਹੈ। ਹੁਣ ਦੇਖੋ, ਇੱਕ ਕੋਈ ਬੌਂਡ ਹੈ, ਸੌਰੀ ਇੱਕ ਮੋਲੀਕਿਊਲ ਹੈ ਜਿਹਦੇ 'ਚ ਹਾਈਡਰੋਜਨ ਬੌਂਡਿੰਗ ਹੈ, ਕੋਈ ਵੀ ਹੈ, AH ਮੈਂ ਵੈਸੇ ਲੈ ਲੈਂਦੀ ਹਾਂ। ਠੀਕ ਹੈ, AH ਕੋਈ ਵੀ ਲੈ ਲੈ ਜਿਹਦੇ 'ਚ ਹਾਈਡਰੋਜਨ ਬੌਂਡਿੰਗ ਹੈ। ਠੀਕ ਹੈ, ਇੱਕ ਕੋਈ ਹੈਗਾ BH ਜਿਹਦੇ 'ਚ ਹਾਈਡਰੋਜਨ ਬੌਂਡਿੰਗ ਨਹੀਂ ਹੈਗੀ। ਹੁਣ ਇਹਦੇ ਵਿੱਚ ਤਾਂ ਮੋਲੀਕਿਊਲਸ ਨੇ ਫੜ ਕੇ ਰੱਖਿਆ ਹੋਇਆ ਹਾਈਡਰੋਜਨ ਬੌਂਡਿੰਗ ਨੂੰ, ਤਾਂ ਇਹ ਕੀ, ਇਹਦੇ ਵੇਪਰਸ ਕੀ ਬਣਨਗੇ, ਲੈਸ ਵੇਪਰਸ। ਇਹਦੇ ਵੇਪਰਸ ਕੀ ਬਣਨਗੇ, ਘੱਟ ਬਣਨਗੇ। ਇਹਦੇ ਵੇਪਰਸ, ਇਹ ਕੀ ਹੋ ਜਾਊਗਾ, ਹਾਈਲੀ ਵੇਪਰਾਈਜ਼ਡ ਹੋ ਜਾਊਗਾ, ਕਿਉਂਕਿ ਇਹਦੇ 'ਚ ਹਾਈਡਰੋਜਨ ਬੌਂਡਿੰਗ ਹੈ ਨਹੀਂ, ਮੋਲੀਕਿਊਲਸ ਅਲੱਗ-ਅਲੱਗ ਪਏ ਆ, ਮੋਲੀਕਿਊਲ ਦੇ ਵਿੱਚ ਫੋਰਸਿਸ ਵੀਕ ਨੇ, ਅਲੱਗ-ਅਲੱਗ ਪਏ ਆ, ਤਾਂ ਇਹ ਕੀ ਜਲਦੀ ਵੈਪੋਰੇਟ ਹੋ ਜਾਣਗੇ। ਇਹਦੇ ਵਿੱਚ ਫੋਰਸਿਸ ਐਕਸਟਰਾ ਹੈਗੀਆਂ, ਕੋਵਾਲੈਂਟ ਨਾਲੋਂ ਐਕਸਟਰਾ ਫੋਰਸ ਵੀ ਹੈਗੀ, ਜਿਨ੍ਹਾਂ ਨੇ ਇਹਨੂੰ ਬਾਈਂਡ ਕਰਕੇ ਰੱਖਿਆ, ਉਹਨੂੰ ਤੋੜਨਾ ਕੀ ਹੈ, ਡਿਫੀਕਲਟ ਹੈ, ਤਾਂ ਕਰਕੇ ਇਹਦੀ ਵੋਲਟਿਲਿਟੀ ਘਟਦੀ ਹੈ। ਤਾਂ ਕਰਕੇ ਵੋਲਟਿਲਿਟੀ ਕੀ ਹੋ ਗਈ ਆਪਣੇ ਕੋਲੇ, ਇਨਵਰਸਲੀ ਪ੍ਰਪੋਰਸ਼ਨਲ ਹੋ ਗਈ ਹਾਈਡਰੋਜਨ ਬੌਂਡਿੰਗ ਦੇ। ਠੀਕ ਹੈ, ਕਿ ਜਿੰਨਾ ਆਪਣੇ ਕੋਲੇ ਜਿਹੜਾ ਹੈਗਾ ਵੋਲਟਿਲਿਟੀ, ਹਾਈਡਰੋਜਨ ਬੌਂਡਿੰਗ ਘੱਟ ਹੋਊਗੀ, ਉਨੀ ਵੋਲਟਿਲਿਟੀ ਜ਼ਿਆਦਾ ਹੋਊਗੀ। ਠੀਕ ਹੈ, ਤਾਂ ਜਿਹੜੇ ਵੀ ਇੱਥੇ ਆਰਡਰ ਦਿੱਤੇ ਹੋਏ ਆ ਬੁੱਕ ਦੇ ਵਿੱਚੋਂ ਰੀਡ ਕਰਨਾ ਤੁਸੀਂ, ਕਿਹੜੀਆਂ ਕਿਹੜੀਆਂ ਐਗਜ਼ਾਮਪਲ ਦਿੱਤੀਆਂ, ਤਾਂ ਇਸ ਕੌਨਸੀਕੁਐਂਸਿਸ ਦੇ ਵਿੱਚੋਂ ਤੁਹਾਨੂੰ ਉਹੀ ਰੀਜ਼ਨਿੰਗ ਆਉਂਦਾ ਹੈ। ਠੀਕ ਹੈ, ਕਿ ਜਿਹੜਾ ਹੈਗਾ ਉਹਦੀ ਵੋਲਟਿਲਿਟੀ ਕਿਉਂ ਜ਼ਿਆਦਾ ਹੈ, ਜਾਂ ਹਾਈਡਰੋਜਨ ਬੌਂਡਿੰਗ ਕੀ ਇਫੈਕਟ ਪਾਉਂਦੀ ਹੈ ਵੋਲਟਿਲਿਟੀ 'ਤੇ, ਜਾਂ NH3 ਅਤੇ H2O ਦੇ ਵਿੱਚ, ਜਾਂ HF ਜਿਹੜੇ ਹੈਗੇ ਆ, ਇਹਨਾਂ ਵਿੱਚੋਂ ਕਿਹੜੇ ਦੀ ਜ਼ਿਆਦਾ ਹੈਗੀ ਵੋਲਟਿਲਿਟੀ। ਠੀਕ ਹੈ, ਜਾਂ ਆਰਡਰ ਦਿੱਤੇ ਹੋਏ ਆ ਜਿਵੇਂ HCl, HBr, HI, ਇੱਦਾਂ ਦੇ। ਇਹਨਾਂ ਨੂੰ ਗਰੁੱਪਸ, ਇਹਨਾਂ ਨੂੰ ਟਰੈਂਡਸ ਨੂੰ ਪੜ੍ਹਨਾ ਅਤੇ ਇਹਨਾਂ ਦੇ ਅਨਮੈਰੀਕਲ ਸੋਲਵ ਕਰਨੇ ਹੈਗੇ ਆ। ਸੈਕਿੰਡ ਰਹਿਣ ਦਿਓ, ਠੀਕ ਹੈ, ਫਸਟ ਕਰ ਲਿਓ। ਦੈਨ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਬੁੱਕ ਦੀ ਇੱਕ ਇੱਕ ਲਾਈਨ ਰੀਡ ਕਰਨੀ ਹੈਗੀ ਹੈ। ਠੀਕ ਹੈ, ਤੁਸੀਂ ਜੇ ਇਹ ਕਰਨਾ ਤਾਂ 30th ਕੁਐਸਚਨ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ ਮੈਨੂੰ, ਕਿਉਂਕਿ ਇਹਦੇ ਆਨਸਰਸ ਵੀ ਗਿਵਨ ਹੈਗੇ ਆ। ਜੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਜ਼ਰੂਰ ਪੁੱਛਣੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਵਾਟਰ ਐਜ਼ ਅਨਯੂਜੂਅਲ ਲਿਕੁਇਡ। ਅਨਯੂਜੂਅਲ ਕਿਉਂ ਹੈਗਾ, ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਡਿਜ਼ੋਲਵ ਹੋ ਜਾਂਦੀਆਂ। ਕਿਉਂ ਡਿਜ਼ੋਲਵ ਹੋ ਜਾਂਦੀਆਂ, ਕਿਉਂਕਿ ਇਹ ਆਪਣੇ ਕੋਲੇ ਹੈਗਾ ਦੋ ਚੀਜ਼ਾਂ ਕਰਕੇ। ਇੱਕ ਤਾਂ ਇਹ ਕੀ ਆਪਣੇ ਕੋਲੇ ਪੋਲਰ ਕੰਪਾਊਂਡਸ ਇਹਦੇ 'ਚ ਡਿਜ਼ੋਲਵ ਹੁੰਦੇ, ਇੱਕ ਹਾਈਡਰੋਜਨ ਬੌਂਡਿੰਗ ਕਰਕੇ। ਤਾਂ ਦੋ ਪ੍ਰੋਪਰਟੀਜ਼ ਕਰਕੇ ਜਦੋਂ ਇਹਦੇ ਵਿੱਚ ਆਪਣੇ ਕੋਲੇ ਚੀਜ਼ਾਂ ਜਿਹੜੀਆਂ ਡਿਜ਼ੋਲਵ ਹੁੰਦੀਆਂ, ਕੁਛ ਇਹਦੀਆਂ ਪ੍ਰੋਪਰਟੀਜ਼ ਹੈਗੀਆਂ ਵੀ ਇਹ ਆਪਣੇ ਕੋਲੇ ਪੋਲਰ ਇਨਆਰਗੈਨਿਕ ਅਤੇ ਆਰਗੈਨਿਕ ਕੰਪਾਊਂਡ ਡਿਜ਼ੋਲਵ ਹੋ ਜਾਂਦੇ ਆ, ਆਇਨਿਕ ਕੰਪਾਊਂਡ ਡਿਜ਼ੋਲਵ ਹੋ ਜਾਂਦੇ ਆ। ਵਾਟਰ ਦਾ ਹਾਈ ਹੀਟ ਆਫ ਵੈਪਰਾਈਜੇਸ਼ਨ, ਹੀਟ ਆਫ ਫਿਊਜ਼ਨ ਹੈਗੀਆਂ। ਠੀਕ ਹੈ, ਇਹ ਚੀਜ਼ਾਂ ਤੁਸੀਂ ਛੋਟੀ ਕਲਾਸ 'ਚ ਪੜ੍ਹ ਚੁੱਕੇ ਹੋ। ਦੈਨ ਉਸ ਤੋਂ ਬਾਅਦ ਹੈਗਾ ਹਾਈਡਰੋਜਨ ਬੌਂਡਿੰਗ ਇਨ ਵਾਟਰ ਐਂਡ ਆਈਸ, ਇਹ ਆਪਾਂ ਕਰਨੀ ਹੈਗੀ ਆ। ਇਹਦੇ ਵਿੱਚ ਆਪਣੇ ਕੋਲੇ ਹੈਗਾ ਆਈਸ ਇਜ਼ ਲਾਈਟਰ ਦੈਨ ਵਾਟਰ ਐਂਡ ਵਾਟਰ ਹੈਜ਼ ਮੈਕਸੀਮਮ ਡੈਂਸਿਟੀ ਐਟ 4 ਡਿਗਰੀ ਸੈਲਸੀਅਸ। ਦਿਸ ਇਜ਼ ਵੈਰੀ ਇੰਪੋਰਟੈਂਟ।
ਇਹਦੇ ਨਾਲੋਂ ਆ ਚੀਜ਼ ਜ਼ਿਆਦਾ ਇੰਪੋਰਟੈਂਟ ਹੈ। ਤੇ ਇਹਦੇ ਵਿੱਚ ਹੁਣ ਆਪਣੇ ਕੋਲੇ ਕੀ ਹੈਗਾ, ਹਾਈਡਰੋਜਨ ਬੌਂਡਿੰਗ ਆਪਾਂ ਵਾਟਰ ਦੇ ਵਿੱਚ ਦੇਖ ਹੀ ਲਈ ਹੈ ਵੀ ਕਿਸ ਤਰੀਕੇ ਨਾਲ ਹੈ, ਕਿ ਇਸ ਤਰੀਕੇ ਨਾਲ ਹਰੇਕ ਮੋਲੀਕਿਊਲ ਜਿਹੜਾ ਹੈਗਾ ਉਹ ਅਟੈਚ ਹੈ। ਠੀਕ ਹੈ, ਤਾਂ ਹੁਣ ਆਪਾਂ ਕੁਐਸਚਨ ਕਰਦੇ ਹਾਂ, ਆਈਸ ਇਜ਼ ਲਾਈਟਰ ਦੈਨ ਵਾਟਰ, ਵਾਈ? ਆਈਸ ਇਜ਼ ਲਾਈਟਰ ਦੈਨ ਵਾਟਰ, ਜਦੋਂ ਵੀ ਆਪਾਂ ਪਾਣੀ 'ਚ ਆਈਸ ਪਾਉਂਦੇ ਤਾਂ ਉੱਪਰ ਫਲੋਟ ਕਰਨ ਲੱਗ ਜਾਂਦੀ ਹੈ। ਦੈਟ ਮੀਨਸ ਆਈਸ ਦੀ ਡੈਂਸਿਟੀ ਕੀ ਹੈ, ਲੋ ਹੈ। ਆਈਸ ਡੈਂਸਿਟੀ ਲੋ ਹੈ। ਇਹ ਕੁਐਸਚਨ ਤੁਹਾਨੂੰ ਡੈਂਸਿਟੀ ਦੇ ਬੇਸਡ ਵੀ ਪੁੱਛ ਸਕਦੇ ਆ ਵੀ ਡੈਂਸਿਟੀ ਉਹਦੀ ਘੱਟ ਹੈ। ਆਈਸ ਇਜ਼ ਲਾਈਟਰ ਦੈਨ ਵਾਟਰ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲੇ, ਵਾਈ ਇਜ਼ ਆਈਸ ਲਾਈਟਰ ਦੈਨ ਵਾਟਰ? ਆਈਸ ਲਾਈਟਰ ਕਿਉਂ ਹੁੰਦੀ ਹੈ ਵਾਟਰ ਤੋਂ, ਜਾਂ ਆਈਸ ਦੀ ਡੈਂਸਿਟੀ ਲੋ ਕਿਉਂ ਹੁੰਦੀ ਹੈ? ਇਹਦੇ ਵਿੱਚ ਕੀ ਹੈ ਕਿ ਇਹਦੀ ਆਈਸ ਦੀ ਸਟਰਕਚਰ ਹੈ ਜਿਹੜੀ ਉਹ ਡਿਟਰਮਿਨ ਕਰਦੀ ਹੈ। ਵਾਟਰ ਦੀ ਤਾਂ ਆਪਣੇ ਕੋਲੇ ਕੀ ਹੁੰਦੀ ਹੈ ਕਿ ਸਿੰਪਲ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦੇ, ਕੇਜ ਬਣੇ ਹੁੰਦੇ ਆ, ਜਿਵੇਂ ਇਸ ਤਰੀਕੇ ਨਾਲ ਹੋ ਗਿਆ। ਹੁੰਦੇ ਤਾਂ ਆਈਸ ਦੇ ਵਿੱਚ ਵਾਟਰ ਮੋਲੀਕਿਊਲ ਹੀ ਕੰਡੈਂਸ ਹੋਏ ਵੇ ਹੁੰਦੇ ਆ, ਹੈ ਨਾ, ਇਹ ਚੀਜ਼ ਆਪਾਂ ਨੂੰ ਪਤਾ। ਤੇ ਇਹਦੇ ਵਿੱਚ ਹੁਣ ਆਪਣੇ ਕੋਲੇ ਕੀ ਹੈਗਾ ਕਿ ਇੱਥੇ ਆਪਣੇ ਕੋਲੇ ਮੋਲੀਕਿਊਲਸ ਵਾਟਰ ਦੇ ਹੈਗੇ ਆ। ਠੀਕ ਹੈ, ਇਹਨਾਂ ਵਿੱਚ ਹਾਈਡਰੋਜਨ ਬੌਂਡਿੰਗ ਹੋ ਗਈ, ਇੱਧਰ ਆ ਗਿਆ ਮੋਲੀਕਿਊਲ, ਉਹਦੇ 'ਚ ਹਾਈਡਰੋਜਨ ਬੌਂਡਿੰਗ ਹੋ ਗਈ। ਠੀਕ ਹੈ, ਦੈਨ ਇੱਧਰ ਦੈਨ ਇਸ ਤਰੀਕੇ ਨਾਲ ਹਾਈਡਰੋਜਨ ਬੌਂਡਿੰਗ ਹੈ ਜਿਹੜੀ ਉਹ ਹੋ ਗਈ, ਕਿ ਇਹ ਕੇਜ ਲਾਈਕ ਸਟਰਕਚਰ ਬਣ ਗਿਆ, ਇਹ ਕਲੋਜ਼ ਹੋ ਗਿਆ। ਠੀਕ ਹੈ, ਇਹ ਸਾਰਾ ਕੀ ਹੋ ਗਿਆ ਆਪਣੇ ਕੋਲੇ, ਕਲੋਜ਼ ਹੋ ਗਿਆ ਸਟਰਕਚਰ, ਕਿ ਕੇਜ ਬਣ ਗਈ ਇੱਕ ਤਰੀਕੇ ਦੀ। ਠੀਕ ਹੈ, ਜਦੋਂ ਇਹਨੂੰ ਆਪਾਂ ਕਹਿੰਦੇ ਵੇਕੈਂਟ ਸਪੇਸ, ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਹਾਈਡਰੋਜਨ ਬੌਂਡਿੰਗ ਇਸ ਤਰੀਕੇ ਨਾਲ ਹੁੰਦੀ ਆ ਆਈਸ ਦੇ ਵਿੱਚ ਕਿ ਉਹਦੇ ਵਿੱਚ ਵੇਕੈਂਟ ਸਪੇਸਿਸ ਬਣ ਜਾਂਦੀਆਂ। ਠੀਕ ਹੈ, ਜਦੋਂ ਵੇਕੈਂਟ ਸਪੇਸ ਬਣ ਜਾਂਦੀ ਆ ਤਾਂ ਜਦੋਂ ਆਪਾਂ ਉਹਨੂੰ ਬਾਹਰ ਕੱਢਦੇ ਹਾਂ ਪਾਣੀ 'ਚ ਪਾਉਣ ਵਾਸਤੇ, ਤਾਂ ਇਹਨਾਂ ਕੇਸ ਦੇ ਵੇਕੈਂਟ ਸਪੇਸ ਦੇ ਵਿੱਚ ਕੀ ਹੋ ਜਾਂਦੀ ਹੈ, ਏਅਰ ਟਰੈਪ ਹੋ ਜਾਂਦੀ ਹੈ। ਜਦੋਂ ਏਅਰ ਟਰੈਪ ਹੋ ਗਈ ਤਾਂ ਇਹਨਾਂ ਦਾ ਵੋਲਿਊਮ ਕੀ ਹੋ ਜਾਂਦਾ, ਇਨਕਰੀਜ਼। ਵੋਲਿਊਮ ਕੀ ਹੋ ਜਾਂਦਾ, ਇਨਕਰੀਜ਼ ਹੋ ਜਾਂਦਾ। ਜਿਵੇਂ ਆਪਣੇ ਕੋਲੇ ਕੀ ਹੈਗਾ ਕਿ ਆਈਸ ਦੀ ਸਟਰਕਚਰ 3 ਡਾਇਮੈਂਸ਼ਨਲ 'ਚ ਹੋ ਜਾਂਦੀ ਹੈ। ਠੀਕ ਹੈ, ਸੋਲਿਡ ਸਟੇਟ ਦੇ ਵਿੱਚ। ਤਾਂ ਹਾਈਡਰੋਜਨ ਬੌਂਡ ਜਿਹੜੇ ਹੈਗੇ ਆ ਇਹਦੇ ਵਿੱਚ, ਜਿਹੜੇ ਆਈਸ ਦੇ ਵਿੱਚ ਹਾਈਡਰੋਜਨ ਬੌਂਡ ਆ, ਇਹ ਵੀ ਚੀਜ਼ ਦੇਖਣ ਵਾਲੀ ਹੈ ਕਿ ਇਹਦੇ ਵਿੱਚ ਜਿਹੜੇ ਹਾਈਡਰੋਜਨ ਬੌਂਡਸ ਆ ਉਹ ਲਾਰਜਰ ਹੁੰਦੇ ਆ ਦੈਨ ਦਾ ਕੋਵੈਲੈਂਟ ਬੌਂਡਸ। ਠੀਕ ਹੈ, ਤਾਂ ਵੇਕੈਂਟ ਸਪੇਸ ਹੁੰਦੀਆਂ ਇਸ ਸਟਰਕਚਰ ਦੇ ਵਿੱਚ। ਅਤੇ ਇਹਦੇ ਵਿੱਚ ਆਪਣੇ ਕੋਲੇ ਕੀ ਹੈ ਕਿ ਜਦੋਂ ਇੱਕ ਆਪਾਂ ਬਾਹਰ ਕੱਢਦੇ ਤਾਂ ਇਹਨਾਂ ਵਿੱਚ ਕੀ ਟਰੈਪ ਹੋ ਜਾਂਦੀ ਹੈ, ਏਅਰ ਟਰੈਪ ਹੋ ਜਾਂਦੀ ਹੈ। ਏਅਰ ਟਰੈਪ ਦੇ ਨਾਲ ਕੀ ਹੈ, ਵੋਲਿਊਮ ਇਨਕਰੀਜ਼ ਹੋ ਜਾਂਦਾ ਅਤੇ ਡੈਂਸਿਟੀ ਇਜ਼ ਇਕੁਅਲ ਟੂ ਮਾਸ ਬਾਏ ਵੋਲਿਊਮ। ਵੋਲਿਊਮ ਡਿਕਰੀਜ਼ ਕਰ ਗਿਆ ਤਾਂ ਆਪਣੇ ਕੋਲੇ ਜਿਹੜਾ ਹੈਗਾ ਠੀਕ ਹੈ, ਤਾਂ ਆ ਆਪਣੇ ਕੋਲੇ ਕੀ ਇਹਦਾ ਡੈਂਸਿਟੀ, ਵੋਲਿਊਮ ਇਨਕਰੀਜ਼ ਕਰ ਜਾਂਦਾ। ਵੋਲਿਊਮ ਇਨਕਰੀਜ਼ ਕਰ ਗਿਆ, ਡਿਕਰੀਜ਼ ਕਹਿ ਗਈ ਮੈਂ, ਸੌਰੀ। ਵੋਲਿਊਮ ਇਨਕਰੀਜ਼ ਕਰ ਜਾਂਦਾ ਤਾਂ ਡੈਂਸਿਟੀ ਕੀ ਕਰ ਜਾਂਦੀ ਹੈ, ਡਿਕਰੀਜ਼ ਕਰ ਜਾਂਦੀ ਹੈ। ਠੀਕ ਹੈ, ਕਿਉਂਕਿ ਵੋਲਿਊਮ ਵੱਧ ਜਾਂਦਾ ਜਦੋਂ ਏਅਰ ਟਰੈਪ ਹੋ ਗਈ ਤਾਂ ਕੀ ਹੋ ਜਾਂਦੀ ਆ, ਹੋਰ ਵੱਧ ਜਾਂਦਾ। ਅਤੇ ਇਹ ਆਪਣੇ ਕੋਲੇ ਕੀ ਆ ਜਾਂਦਾ ਹੈਗਾ, ਲਾਰਜਰ ਵੋਲਿਊਮ ਹੋ ਜਾਂਦਾ। ਜਦੋਂ ਲਾਰਜਰ ਵੋਲਿਊਮ ਹੋ ਜਾਂਦਾ ਤਾਂ ਆਪਣਾ ਜਿਹੜੀ ਕੇਜ ਲਾਈਕ ਸਟਰਕਚਰ ਹੈ ਇਹ ਓਪਨ ਹੋ ਜਾਂਦੀ ਹੈ, ਤਾਂ ਕਰਕੇ ਇਹਨੂੰ ਓਪਨ ਕੇਜ ਸਟਰਕਚਰ ਕਹਿ ਦਿੰਦੇ ਹਾਂ ਆਪਾਂ। ਠੀਕ ਹੈ, ਤਾਂ ਆਈਸ ਦੀ ਡੈਂਸਿਟੀ ਕੀ ਹੋ ਜਾਂਦੀ ਹੈ, ਲੋ ਹੋ ਜਾਂਦੀ ਹੈ। ਅਤੇ ਇਹਦੇ ਵਿੱਚੋਂ ਮੋਟਾ ਜਿਹਾ ਤੁਸੀਂ ਕੀ ਯਾਦ ਰੱਖਣਾ ਹੈ ਕਿ ਆਈਸ ਦੀ ਸਟਰਕਚਰ ਵਿੱਚ ਵੇਕੈਂਟ ਸਪੇਸਿਸ ਹੁੰਦੀਆਂ, ਵੇਕੈਂਟ ਸਪੇਸ ਦੇ ਵਿੱਚ ਏਅਰ ਟਰੈਪ ਕਰ ਜਾਂਦੀ ਹੈ। ਏਅਰ ਟਰੈਪ ਕਰਨ ਦੇ ਨਾਲ ਉਹਦਾ ਵੋਲਿਊਮ ਇਨਕਰੀਜ਼ ਹੋ ਜਾਂਦਾ। ਵੋਲਿਊਮ ਇਨਕਰੀਜ਼ ਹੋਣ ਦੇ ਨਾਲ ਉਹਦੀ ਡੈਂਸਿਟੀ ਡਿਕਰੀਜ਼ ਹੋ ਜਾਂਦੀ, ਕਿਉਂਕਿ ਡੈਂਸਿਟੀ ਇਨਵਰਸਲੀ ਪ੍ਰਪੋਰਸ਼ਨਲ ਹੈ ਵੋਲਿਊਮ ਦੇ। ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਸੀਗਾ ਆਪਣੇ ਕੋਲ ਕਿ ਵਾਟਰ ਹੈਜ਼ ਮੈਕਸੀਮਮ ਡੈਂਸਿਟੀ ਐਟ 4 ਡਿਗਰੀ ਸੈਲਸੀਅਸ। ਇਹਨੂੰ ਸਮਝਣ ਲਈ ਦੇਖੋ ਆਪਾਂ ਸ਼ੁਰੂ ਕਰਦੇ ਹਾਂ ਆਈਸ ਤੋਂ। ਆਈਸ ਆਪਾਂ ਨੂੰ ਪਤਾ 0 ਡਿਗਰੀ ਸੈਲਸੀਅਸ 'ਤੇ ਹੈ। ਆਪਾਂ ਇਹਦਾ ਟੈਂਪਰੇਚਰ ਕੀ ਕੀਤਾ, ਇਨਕਰੀਜ਼ ਕੀਤਾ। ਆਈਸ ਦੀ ਡੈਂਸਿਟੀ ਲੋ ਹੈ, ਇਹ ਆਪਾਂ ਪੜ੍ਹ ਚੁੱਕੇ ਹਾਂ ਵਾਟਰ ਨਾਲੋਂ। ਆਈਸ ਦੀ ਡੈਂਸਿਟੀ ਲੋ ਹੋ ਗਈ, ਟੈਂਪਰੇਚਰ ਇਨਕਰੀਜ਼ ਕੀਤਾ ਤਾਂ ਆਈਸ ਹੌਲੀ ਹੌਲੀ ਕਿਹਦੇ 'ਚ ਕਨਵਰਟ ਹੋ ਜੂਗੀ, ਵਾਟਰ 'ਚ। ਮੰਨ ਲਓ ਇਹ ਕਿੱਥੇ ਆ ਗਈ, 4 ਡਿਗਰੀ 'ਤੇ। 4 ਡਿਗਰੀ 'ਤੇ ਆਪਾਂ ਆ ਗਏ, ਇੱਥੇ ਡੈਂਸਿਟੀ ਕੀ ਹੋ ਗਈ, ਇਨਕਰੀਜ਼ ਹੋ ਗਈ।
ठीक है, क्योंकि हाइड्रोजन बॉन्ड ब्रेक डाउन हो गए तो मॉलीक्यूल्स है ਜਿਹੜੇ ਉਹ ਅਲੱਗ-ਅਲੱਗ ਹੋ ਗਏ। ठीक है, ਟੈਂਪਰੇਚਰ ਦੇਣ ਦੇ ਨਾਲ ਜਿਹੜਾ ਹੈਗਾ ਆਪਾਂ ਕੀ ਕਰਤਾ ਉਹਦੇ, ਕਿਉਂਕਿ ਹਾਈਡਰੋਜਨ ਬੌਂਡ ਵੀਕ ਆ, ਸਭ ਤੋਂ ਪਹਿਲਾਂ ਉਹੀ ਟੁੱਟਣਗੇ। ਹਾਈਡਰੋਜਨ ਬੌਂਡ ਜਦੋਂ ਟੁੱਟ ਗਏ, ਠੀਕ ਹੈ, ਜਦੋਂ ਹਾਈਡਰੋਜਨ ਬੌਂਡ ਟੁੱਟ ਜਾਣਗੇ ਦੈਨ ਉਸ ਤੋਂ ਬਾਅਦ ਆਪਣੇ ਕੋਲੇ ਵਾਟਰ ਕਿੱਥੇ ਪਹੁੰਚ ਗਿਆ, 4 ਡਿਗਰੀ 'ਤੇ ਪਹੁੰਚ ਗਿਆ। ਆਪਾਂ ਉਹਨੂੰ ਟੈਂਪਰੇਚਰ ਇਨਕਰੀਜ਼ ਕਰਦੇ ਕਰਦੇ ਅਤੇ ਇੱਥੇ ਡੈਂਸਿਟੀ ਕੀ ਹੋ ਗਈ, ਇਨਕਰੀਜ਼ ਹੋ ਗਈ। ਠੀਕ ਹੈ, ਫਰਦਰ ਜਿਹੜੀ ਹੈਗੀ ਆਪਾਂ ਹੋਰ ਟੈਂਪਰੇਚਰ ਇਨਕਰੀਜ਼ ਕਰਦੇ ਹਾਂ, ਮੰਨ ਲਓ ਆਪਾਂ ਹੋਰ ਟੈਂਪਰੇਚਰ ਇਨਕਰੀਜ਼ ਕਰਦੇ ਹਾਂ, ਐਨਰਜੀ ਦੇ ਰਹੇ ਹਾਂ ਆਪਾਂ ਉਹਨੂੰ, ਹੀਟ ਅਪ ਹੀ ਕਰ ਰਹੇ ਹਾਂ। ਅਤੇ ਜਿਹੜਾ ਇਹ ਟੈਂਪਰੇਚਰ ਇਨਕਰੀਜ਼ ਹੋ ਰਿਹਾ, ਠੀਕ ਹੈ, ਤਾਂ ਉਹ ਕੀ ਕਰੂ, ਇੱਥੇ ਆਪਣੇ ਕੋਲੇ ਹਾਈਡਰੋਜਨ ਬੌਂਡ ਬ੍ਰੇਕ, ਹਾਈਡਰੋਜਨ ਬੌਂਡ ਬ੍ਰੇਕ ਹੋ ਗਏ, ਕੋਵੈਲੈਂਟ ਬਚ ਗਏ। ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਜਦੋਂ ਫਿਰ ਫਰਦਰ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਤਾਂ ਵਾਟਰ ਦੇ ਜਿਹੜੇ ਮੋਲੀਕਿਊਲਸ ਹੈ ਉਹ ਇਸ ਜਿਹੜੀ ਟੈਂਪਰੇਚਰ ਇਨਕਰੀਜ਼ ਵਾਲੀ ਐਨਰਜੀ ਨੂੰ ਉਹ ਕਿਵੇਂ ਪਰਸੀਵ ਕਰਦੇ ਆ, ਐਜ਼ ਆ ਕਾਈਨੈਟਿਕ ਐਨਰਜੀ ਯੂਜ਼ ਕਰ ਲੈਂਦੇ ਆ। ਮੀਨਸ ਦੇ ਸਟਾਰਟਡ, ਵਾਟਰ ਮੋਲੀਕਿਊਲ ਸਟਾਰਟਡ ਮੂਵਿੰਗ, ਤਾਂ ਉਹ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਉਹ ਮੂਵ ਕਰਨਗੇ ਮੋਲੀਕਿਊਲਸ, ਠੀਕ ਹੈ, ਮੋਲੀਕਿਊਲਸ ਮੂਵ ਕਰਨਗੇ ਤਾਂ ਵੋਲਿਊਮ ਕੀ ਹੋ ਗਿਆ, ਇਨਕਰੀਜ਼। ਵੋਲਿਊਮ ਕੀ ਹੋ ਗਿਆ, ਇਨਕਰੀਜ਼। ਵੋਲਿਊਮ ਇਨਕਰੀਜ਼ ਹੋ ਗਿਆ ਤਾਂ ਆਪਣੇ ਕੋਲੇ ਡੈਂਸਿਟੀ ਫਿਰ ਕੀ ਹੋ ਗਈ, ਡਿਕਰੀਜ਼ ਹੋ ਗਈ। ਡੈਂਸਿਟੀ ਫਿਰ ਕੀ ਹੋ ਗਈ, ਡਿਕਰੀਜ਼ ਹੋ ਗਈ। ਦੈਟ ਮੀਨਸ ਫਰਦਰ ਟੈਂਪਰੇਚਰ ਦੇ ਨਾਲ ਜਿਹੜੀ ਐਨਰਜੀ ਮਿਲ ਰਹੀ ਆ ਉਹ ਐਨਰਜੀ ਕਿਹਦੇ 'ਚ ਕਨਵਰਟ ਹੋ ਰਹੀ ਹੈ, ਕੈਨੈਟਿਕ ਐਨਰਜੀ 'ਚ। ਕੈਨੈਟਿਕ ਐਨਰਜੀ ਜਿਹੜੀ ਹੈਗੀ ਆ ਉਹਦੇ ਨਾਲ ਮੋਲੀਕਿਊਲਸ ਦੂਰ ਦੂਰ ਜਾ ਰਹੇ ਆ, ਕਿਉਂਕਿ ਇਹ ਐਨਰਜੀ ਇੰਨੀ ਤਾਂ ਹੈ ਨਹੀਂ ਗੀ ਵੀ ਜਿਹੜੇ ਕੋਵੈਲੈਂਟ ਬੌਂਡ ਨੂੰ ਬ੍ਰੇਕ ਕਰ ਦੇਵੇ। ਤਾਂ ਕੋਵੈਲੈਂਟ ਬੌਂਡ ਨਹੀਂ ਬ੍ਰੇਕ ਹੋ ਰਹੇਗੇ ਤਾਂ ਇਹਦੇ ਵਿੱਚ ਕੀ ਆਪਣੇ ਕੋਲੇ ਉਹ ਐਨਰਜੀ ਕਿਹਦੇ 'ਚ ਚੱਲ ਜਾਂਦੀ ਹੈ, ਆਪਣੇ ਕੋਲੇ ਕੈਨੈਟਿਕ ਐਨਰਜੀ 'ਚ। ਅਤੇ ਜਿਹੜੇ ਮੋਲੀਕਿਊਲ ਆ ਦੂਰ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ, ਦੂਰ ਦੂਰ ਹੋ ਗਏ ਤਾਂ ਵੋਲਿਊਮ ਇਨਕਰੀਜ਼ ਹੋ ਗਿਆ। ਵੋਲਿਊਮ ਇਨਕਰੀਜ਼ ਹੋ ਗਿਆ, ਡੈਂਸਿਟੀ ਫਿਰ ਡਿਕਰੀਜ਼ ਹੋ ਗਈ। ਦੈਟਸ ਵਾਈ ਡੈਂਸਿਟੀ ਇਜ਼ ਮੈਕਸੀਮਮ ਐਟ 4 ਡਿਗਰੀ ਸੈਲਸੀਅਸ। 0 ਡਿਗਰੀ ਤੇ ਆਈਸ ਐਂਡ ਡੈਂਸਿਟੀ ਘੱਟ ਆ, ਵੀ ਹੈਵ ਡਿਸਕਸਡ ਇਟ। If we increase the temperature, density will increase up to 4 degrees Celsius. If we increase the temperature further in the form of energy, temperature will increase. We will supply heat energy, है ना? That heat energy will be converted to kinetic energy and taken by the water molecules, and they will start moving and volume will expand. So volume expand हो गया, density will decrease. This is why at 4 degrees Celsius density is maximum. So this is all about today's class, and with this we have finished with the chapter 4th, and we will start 5th chapter whenever I will take your live class, ठीक है, or I will send the video if I will not be able to take the class. So thank you so much.